ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨਕੇ ਪੰਜਾਬੀ ਕਹਾਣੀਆਂ ਤੇ। ਬੰਦ ਕੌਰ ਨੂੰ ਇਸ ਪਿੰਡ ਵਿੱਚ ਆਇਆ ਤਕਰੀਬਨ 25 ਸਾਲ ਹੋ ਗਏ ਸਨ। ਜਵਾਨੀ ਵੇਲੇ ਉਹ ਆਪਣੇ ਪਰਿਵਾਰ ਸਮੇਤ ਪੰਜਾਬ ਤੋਂ ਕਿਤੇ ਬਾਹਰ ਰਹਿੰਦੀ ਸੀ, ਪਰ ਬੰਦ ਕੌਰ ਦੇ ਦੱਸਣ ਮੁਤਾਬਿਕ ਉਸ ਦੇ ਪਰਿਵਾਰ ਨੂੰ ਬਿਜ਼ਨਸ ਵਿੱਚ ਕਾਫੀ ਘਾਟਾ ਪੈ ਗਿਆ ਸੀ। ਇਸ ਲਈ ਉਸਨੇ ਆਪਣਾ ਸ਼ਹਿਰ ਛੱਡ ਕੇ ਇਸ ਪਿੰਡ ਵਿੱਚ ਵਸੇਬਾ ਕਰ ਲਿਆ ਸੀ। ਲੋਕ ਹੈਰਾਨ ਸਨ ਕਿ ਬੰਦ ਕੌਰ ਇਕੱਲੀ ਹੀ ਕਿਉਂ ਰਹਿੰਦੀ ਸੀ। ਉਸ ਦਾ ਬਾਕੀ ਪਰਿਵਾਰ ਕਿੱਥੇ ਸੀ? ਉਸ ਨੂੰ ਕੋਈ ਮਿਲਣ ਗਿਲਣ ਵਾਲਾ ਕਿਉਂ ਨਹੀਂ ਆਉਂਦਾ ਸੀ? ਬੰਦ ਕੌਰ ਘਰੋਂ ਬਹੁਤ ਘੱਟ ਬਾਹਰ ਨਿਕਲਦੀ ਅਤੇ ਅੰਦਰ ਹੀ ਵੜੀ ਰਹਿੰਦੀ। ਲੋਹੜੀ ਮੌਕੇ ਤਾਂ ਉਹ ਬਿਲਕੁਲ ਹੀ ਕਿਸੇ ਨੂੰ ਦਿਖਾਈ ਨਾ ਦਿੰਦੀ। ਬੂਹੇ ਬਾਰੀਆਂ ਬੰਦ ਕਰਕੇ ਕੀਰਤਨ ਦੀ ਟੇਪ ਲਾ ਲੈਂਦੀ ਤੇ ਚੁੱਪਚਾਪ ਸੁਣੀ ਜਾਂਦੀ। ਕੀਰਤਨ ਦੀਆਂ ਵਿਰਾਗਮਈ ਪੰਕਤੀਆਂ ਸੁਣ ਕੇ ਕਈ ਵਾਰ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਗੜਿਆਂ ਵਾਂਗ ਵਗਦੇ, ਪਰ ਕਿਸੇ ਨੂੰ ਉਸ ਦੇ ਦਿਲ ਦੇ ਦਰਦ ਦਾ ਨਹੀਂ ਪਤਾ ਸੀ ਕਿ ਉਸ ਦੇ ਦਿਲ ਅੰਦਰ ਬਲਦੇ ਸਿਵੇ ਦਾ ਕਿਹੜਾ ਸੱਚ ਸੀ। ਬੰਦ ਕੌਰ ਬਹੁਤਾ ਕਿਸੇ ਨਾਲ ਵਾਹ ਵੀ ਨਹੀਂ ਰੱਖਦੀ ਸੀ। ਸਾਰਾ ਪਿੰਡ ਦੰਗ ਸੀ ਕਿ ਲੋਹੜੀ ਮੌਕੇ ਆ ਕੇ ਬੰਦ ਕੌਰ ਨੂੰ ਕੀ ਹੋ ਜਾਂਦਾ ਹੈ ਅਤੇ ਉਹ ਕਿਸੇ ਦੇ ਮੱਥੇ ਕਿਉਂ ਨਹੀਂ ਲੱਗਦੀ। ਕਈ ਬੰਦੇ ਬੁੜੀਆਂ ਨੇ ਉਸ ਨੂੰ ਬਾਤ ਜਿਹੀ ਪਾ ਕੇ ਇਸ ਦਾ ਕਾਰਨ ਪੁੱਛ ਵੀ ਲਿਆ ਸੀ, ਪਰ ਬੰਦ ਕੌਰ ਨੇ ਕੋਈ ਤਸੱਲੀ ਬਖਸ਼ ਉੱਤਰ ਨਹੀਂ ਦਿੱਤਾ ਸੀ। ਜਾਂ ਤਾਂ ਉਹ ਘੁੱਟ ਜਿਹੀ ਵੱਟ ਕੇ ਚੁੱਪ ਕਰ ਜਾਂਦੀ ਅਤੇ ਜਾਂ ਉਸ ਰੱਬ ਸੱਚੇ ਦਾ ਭਾਣਾ ਸੀ ਭਾਈ ਕਹਿ ਕੇ ਅਸਮਾਨ ਵੱਲ ਹੱਥ ਜੋੜ ਦਿੰਦੀ। ਇਸ ਤੋਂ ਵੱਧ ਉਹ ਕਿਸੇ ਦੇ ਕੁਝ ਵੀ ਪਿੰਡ ਪੱਲੇ ਨਾ ਪਾਉਂਦੀ। ਲੋਕ ਹੈਰਾਨ ਸਨ। ਆਮ ਲੋਕ ਕਹਿੰਦੇ ਹੁੰਦੇ ਨੇ ਬਈ ਔਰਤ ਦੇ ਅੰਦਰ ਗੱਲ ਨਹੀਂ ਪਸਦੀ, ਪਰ ਆ ਸੋਰੀ ਬੰਦ ਕੌਰ ਕੋਈ ਗੱਲ ਹੀ ਨਹੀਂ ਦੱਸਦੀ। ਬਾਬਾ ਰੁੜ ਸਿੰਘ ਆਖਦਾ ਕਹਿੰਦੇ ਹੁੰਦੇ ਐ ਦੁੱਖ ਦੱਸਿਆ ਅੱਧਾ ਰਹਿ ਜਾਂਦਾ, ਪਰ ਕਈ ਦੁੱਖ ਵੀ ਇਹੋ ਜਿਹੇ ਹੁੰਦੇ ਨੇ ਬਾਬਾ ਜੀ, ਦੱਸੇ ਤੋਂ ਦੂਣੇ ਚੂਣੇ ਹੋ ਜਾਂਦੇ ਐ। ਸੱਥ ਵਿੱਚ ਆਮ ਚਰਚਾ ਚੱਲਦੀ ਰਹਿੰਦੀ। ਦਰਅਸਲ ਵਿੱਚ ਗੱਲ ਹੋਰ ਸੀ। ਬੰਦ ਕੌਰ ਆਪਣੇ ਦਿਲ ਦਾ ਪਹਾੜ ਜਿੱਡਾ ਦੁੱਖ ਕਿਸੇ ਨਾਲ ਵੀ ਸਾਂਝਾ ਨਹੀਂ ਕਰਨਾ ਚਾਹੁੰਦੀ ਸੀ। ਜਦ ਉਹ ਇਸ ਬਾਰੇ ਕਦੇ ਕੋਈ ਗੱਲ ਕਰਨ ਲੱਗਦੀ ਤਾਂ ਉਸ ਦਾ ਸੋਹਣਾ ਸੁਨੱਖਾ ਪੁੱਤ ਸੁਖੀ ਉਸ ਦੀ ਹਿੱਕ ਤੇ ਆ ਚੜ੍ਹਦਾ। ਉਸ ਦਾ ਦਿਲੋਂ ਮੋਹ ਕਰਨ ਵਾਲਾ ਕੰਤ ਉਸ ਨੂੰ ਘੂਰ ਕੇ ਚੁੱਪ ਰਹਿਣ ਲਈ ਆਖਦਾ। ਚਾਹੇ ਬੰਦ ਕੌਰ 25 ਸਾਲ ਤੋਂ ਬਿਲਕੁਲ ਇਕੱਲੀ ਰਹਿ ਰਹੀ ਸੀ, ਪਰ ਕਲਪਨਾ ਦੀ ਛਾਇਆ ਵਿੱਚ ਉਹ ਹਮੇਸ਼ਾ ਆਪਣੇ ਪਰਿਵਾਰ ਵਿੱਚ ਵਸਦੀ ਸੀ। ਇਸ ਲਈ ਬੰਦ ਕੌਰ ਬਹੁਤੀ ਇਕੱਲੀ ਹੀ ਰਹਿਣਾ ਚਾਹੁੰਦੀ ਸੀ। ਉਸ ਦਾ ਪਤੀ ਭਗਵਾਨ ਸਿੰਘ ਕਲਕੱਤੇ ਅਤੇ ਕਾਨਪੁਰ ਵਿੱਚ ਸੜਕਾਂ ਅਤੇ ਪੁਲਾਂ ਦੇ ਠੇਕੇ ਲੈਂਦਾ ਸੀ। ਜਦ ਉਹ ਬਣ ਠਣ ਕੇ ਪਟਿਆਲਾ ਸ਼ਾਹੀ ਪੱਗ ਬਣ ਘਰੋਂ ਨਿਕਲਦਾ ਤਾਂ ਬੰਦ ਕੌਰ ਨੂੰ ਹੌਲ ਪੈਣ ਵਾਲਾ ਹੋ ਜਾਂਦਾ। ਇਹ ਬੰਦਾ ਕਿਸੇ ਤੋਂ ਨਜ਼ਰ ਲਗਵਾਊਗਾ। ਉਹ ਆਪਣੇ ਮਨ ਨਾਲ ਗੱਲ ਕਰਦੀ। ਬੰਦ ਕੌਰ ਲੋਕਾਂ ਦੀ ਬੁਰੀ ਨਜ਼ਰ ਤੋਂ ਬਹੁਤ ਡਰਦੀ ਸੀ। ਬੁਰੀ ਨਜ਼ਰ ਤਾਂ ਕੰਧਾਂ ਪਾੜ ਦਿੰਦੀ ਹੈ। ਮਾਈ ਤੁਸੀਂ ਬਹੁਤਾ ਨਾ ਧੋ ਕੇ ਬਾਹਰ ਨਾ ਨਿਕਲਿਆ ਕਰੋ। ਉਹ ਉਸ ਨੂੰ ਬਹੁਤਾ ਪਹਿਨਣ ਪਛੜਨ ਤੋਂ ਆਨੇ ਬਹਾਨੇ ਵਜਦੀ ਰਹਿੰਦੀ। ਉਹ ਭਗਵਾਨ ਸਿੰਘ ਨੂੰ ਮਾਹੀ ਆਖ ਕੇ ਬੁਲਾਉਂਦੀ। ਭਗਵਾਨ ਸਿੰਘ ਮੂੰਹ ਦਾ ਹੀ ਅੜਬ ਅਤੇ ਸੁਭਾਅ ਦਾ ਹੀ ਗਰਮ ਸੀ, ਪਰ ਆਪਣੀ ਬੀਵੀ ਤੇ ਉਹ ਜਾਨ ਛਿੜਕਦਾ ਕੁਰਬਾਨ ਜਾਂਦਾ ਸੀ। ਹੋਰ ਮੈਂ ਬਾਹਰ ਹੁਣ ਗੋਹਾ ਮਲ ਕੇ ਜਾਇਆ ਕਰਾਂ? ਤੂੰ ਪੜ੍ਹੀ ਲਿਖੀ ਹੋ ਕੇ ਵੀ ਮੂਰਖ ਦੀ ਮੂਰਖ ਹੀ ਰਹੀ। ਭਗਵਾਨ ਸਿੰਘ ਖਿਸਦਾ। ਆਹ ਕਾਲਾ ਟਿੱਕਾ ਲਾ ਲੈਂਦੇ ਹੋ ਮੈਨੂੰ, ਤੁਹਾਡਾ ਕਿਹੜਾ ਕੋਈ ਮੁੱਲ ਲੱਗਦਾ ਹੈ? ਉਹ ਤਵੇ ਦੀ ਕਾਲਖ ਨਾਲ ਉਂਗਲ ਲਬੇੜਦੀ ਉਸ ਦੇ ਮਗਰ ਭੱਜ ਕੇ ਆਉਂਦੀ। ਤੂੰ ਕਮਲੀ ਤਾਂ ਨਹੀਂ ਹੋ ਗਈ? ਮੈਂ ਮੀਟਿੰਗ ਤੇ ਜਾਣ ਲਈ ਨਾਈ ਤੋਂ ਹੀ ਫਿਰਦਾ ਤੇ ਤੂੰ ਇਹਨੂੰ 21ਵੀਂ ਸਦੀ 'ਚ ਜਾ ਕੇ ਵੀ ਅਕਲ ਨਾ ਆਈ ਕਮਲਾ ਲਾਣਾ। ਪਰ ਬੰਦ ਕੌਰ ਗਾਲਾਂ ਝਿੜਕਾਂ ਖਾਂਦੀ ਵੀ ਆਪਣੇ ਕੰਨ ਦੇ ਨਜ਼ਰ ਵੱਟੂ ਕਾਲਾ ਟਿੱਕਾ ਲਾ ਜਾਂਦੀ। ਬੰਦ ਕੌਰ ਦਾ ਪੁੱਤ ਸੁਖੀ 6 ਸਾਲ ਦਾ ਸੀ। ਭਗਵਾਨ ਸਿੰਘ ਦੇ ਜਾਣ ਤੋਂ ਬਾਅਦ ਉਹ ਆਪਣੇ ਪੁੱਤਰ ਵਿੱਚ ਪਰਚੀ ਰਹਿੰਦੀ। ਉਸ ਨਾਲ ਖੇਡਦੀ, ਲਾਡ ਕਰਦੀ, ਨੁਹਾ ਧੁਆ ਕੇ ਉਸ ਦੇ ਸਿਰ ਪਿੱਛੇ ਮਿੱਡੀ ਕਰ ਜੂੜਾ ਕਰਦੀ, ਪਟਕਾ ਬੰਨਦੀ। ਕੇਸਾਂ ਨਾਲ ਬੰਦ ਕੌਰ ਨੂੰ ਅਥਾਹ ਮੋਹ ਸੀ। ਹਰ ਪੱਖੋਂ ਉਸ ਦੀ ਜ਼ਿੰਦਗੀ ਖੁਸ਼ਹਾਲ ਸੀ। ਭਗਵਾਨ ਸਿੰਘ ਕੰਮ ਧੰਦੇ ਵਿੱਚ ਕਈ ਰਾਤਾਂ ਬਾਹਰ ਹੀ ਰਹਿੰਦਾ। ਕਈ ਵਾਰ ਤਾਂ ਉਹ ਹਫਤਾ ਨਾ ਮੁੜਦਾ। ਜਦ ਮੁੜਦਾ ਤਾਂ ਬੰਦ ਕੌਰ ਲਈ ਸੂਟ ਸਾੜੀਆਂ ਦੇ ਢੇਰ ਲਾ ਦਿੰਦਾ। ਪੁੱਤਰ ਸੁਖੀ ਲਈ ਖੁੱਲੀ ਖਰੀਦਦਾਰੀ ਫਰੋਖਤ ਕਰ ਲਿਆਉਂਦਾ। ਬੜੀ ਹੀ ਆਨੰਦਮਈ ਬਣੀ ਜ਼ਿੰਦਗੀ ਦੀ ਗੱਡੀ ਲੀਹੋ ਲੀ ਭੱਜੀ ਜਾ ਰਹੀ ਸੀ। ਅਗਲੇ ਦਿਨ ਸ਼ਾਮ ਨੂੰ ਭਗਵਾਨ ਸਿੰਘ ਨੇ ਫਿਰ ਹਫ਼ਤੇ ਲਈ ਕਲਕੱਤੇ ਜਾਣਾ ਸੀ। ਐਤਕੀ ਆਪਾਂ ਦਸੰਬਰ ਵਿੱਚ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਉਣੇ ਐ। ਪੰਜਾਬ ਗਿਆ ਨੂੰ ਬਹੁਤ ਦੇਰ ਹੋ ਗਈ। ਬੰਦ ਕੌਰ ਨੇ ਹਾਮੀ ਭਰੀ। ਗੱਲਾਂ ਬਾਤਾਂ ਕਰਦੇ ਅਤੇ ਸਕੀਮਾਂ ਬਣਾਉਂਦੇ ਉਹ ਸੋ ਗਏ। ਅਗਲੇ ਦਿਨ ਇੱਕ ਦਿਲ ਹਿਲਾ ਦੇਣ ਵਾਲੀ ਖੌਫਨਾਕ ਖਬਰ ਆਈ।
ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਖਬਰ ਨੇ ਲੋਕਾਂ ਦੇ ਸਾਹ ਸੂਤ ਲਏ। ਪ੍ਰਧਾਨ ਮੰਤਰੀ ਦਾ ਕਤਲ ਉਸਦੇ ਦੋ ਸਿੱਖ ਅੰਗ ਰੱਖਿਅਕਾਂ ਨੇ ਕੀਤਾ ਸੀ। ਇਸ ਲਈ ਸਿੱਖਾਂ ਖਿਲਾਫ ਨਫ਼ਰਤ ਦਾ ਗ੍ਰਹਿ ਚੱਲ ਪਿਆ ਸੀ ਅਤੇ ਨਿਰਦੋਸ਼ ਸਿੱਖਾਂ ਦੀ ਸ਼ਾਮਤ ਆ ਗਈ। ਪਰ ਭਗਵਾਨ ਸਿੰਘ ਅਤੇ ਬੰਦ ਕੌਰ ਦੇ ਮਨ ਵਿੱਚ ਕੋਈ ਡਰ ਭੈ ਨਹੀਂ ਸੀ। ਉਹਨਾਂ ਨੇ ਕਿਹੜਾ ਕਿਸੇ ਨੂੰ ਕੁਝ ਆਖਿਆ ਜਾਂ ਕੁਝ ਕੀਤਾ ਸੀ। ਉਸ ਦਿਨ ਬੰਦ ਕੌਰ ਨੇ ਭਗਵਾਨ ਸਿੰਘ ਨੂੰ ਸਖਤੀ ਨਾਲ ਆਪਣੀ ਪਤਨੀ ਵਾਲਾ ਹੱਕ ਜਤਾ ਕੇ ਕਲਕੱਤੇ ਜਾਣੋਂ ਰੋਕ ਲਿਆ। ਦੇਖੋ ਜੀ, ਦੇਸ਼ ਦੀ ਐਡੀ ਹਸਤੀ ਦੀ ਹੱਤਿਆ ਹੋ ਗਈ, ਪਤਾ ਨਹੀਂ ਕੀ ਜਗ ਪਰਲੋ ਆਊਗੀ। ਤੁਸੀਂ ਅਜੇ ਕਲਕੱਤੇ ਨਾ ਜਾਓ, ਆਪਣਾ ਘਰ ਹੀ ਹੁੰਦਾ। ਤੁਸੀਂ ਆਪਣੇ ਬੰਦਿਆਂ ਨੂੰ ਫੋਨ ਕਰ ਦਿਓ ਕਿ ਮੈਂ ਅਜੇ 4 ਦਿਨ ਆ ਨਹੀਂ ਸਕਦਾ। ਸਾਰੇ ਜਹਾਨ ਨੂੰ ਹੀ ਪਤਾ ਹੋਊ ਬਈ ਦੇਸ਼ 'ਚ ਕੀ ਪਾਣਾ ਵਰਤ ਗਿਆ। ਬੰਦ ਕੌਰ ਨੇ ਆਖਿਆ ਸੀ, ਚੱਲ 2 ਦਿਨ ਹੋਰ ਠਹਿਰ ਕੇ ਚਲਾ ਜਾਊਂ। ਆਖ ਭਗਵਾਨ ਸਿੰਘ ਨੇ ਫੋਨ ਨੂੰ ਹੱਥ ਪਾ ਲਿਆ ਅਤੇ ਆਪਣੇ ਪਾਰਟਨਰ ਨੂੰ 2 ਦਿਨ ਠਹਿਰ ਕੇ ਆਉਣ ਲਈ ਆਖ ਦਿੱਤਾ। ਦੇਸ਼ ਭਰ ਵਿੱਚ ਅੱਗ ਮਚ ਗਈ ਸੀ। ਜਨੂਨੀ ਲੋਕਾਂ ਦਾ ਵਿਕਰਾਲ ਕ੍ਰੋਧ ਬੇਦੋਸ਼ ਸਿੱਖਾਂ ਤੇ ਨਿਕਲ ਰਿਹਾ ਸੀ। ਪਰ ਇੱਧਰ ਅਜੇ ਕੁਝ ਸ਼ਾਂਤੀ ਸੀ। ਤੀਜੀ ਰਾਤ ਕਾਨਪੁਰ ਦੇ ਚਕੇਰੀ ਏਅਰਪੋਰਟ ਤੋਂ ਭਗਵਾਨ ਸਿੰਘ ਦੀ ਕਲਕੱਤਾ ਦੀ ਫਲਾਈਟ ਸੀ। ਠੰਡੀ ਸਰਦ ਰਾਤ ਸੀ। ਭਗਵਾਨ ਸਿੰਘ ਨਹਾ ਧੋ ਕੇ ਤਿਆਰ ਹੋ ਗਿਆ। ਅਜੇ ਉਹ ਆਪਣਾ ਬਰੀਫ ਕੇਸ ਚੁੱਕ ਕੇ ਤੁਰਨ ਹੀ ਲੱਗਾ ਸੀ ਕਿ ਬੰਦ ਕੌਰ ਫਿਰ ਤਵੇ ਦੀ ਕਾਲਕ ਨਾਲ ਉਂਗਲ ਲਬੇੜ ਕੇ ਟਿੱਕਾ ਲਾਉਣ ਲਈ ਆ ਖੜੀ ਹੋਈ। ਉਸਦੇ ਪਿੱਛੇ ਉਸਦਾ ਪੁੱਤ ਸੁੱਖੀ ਵੀ ਭੱਜਿਆ ਆ ਰਿਹਾ ਸੀ। ਆ ਤਾਂ ਲਵਾ ਲਿਓ ਕਿਵੇਂ ਭੱਜੇ ਜਾਂਦੇ ਐ। ਤੈਨੂੰ ਕਿੰਨੀ ਵਾਰੀ ਕਿਹਾ ਬਈ ਇਹ ਕਾਲੇ ਟਿੱਕਿਆਂ ਵਾਲੇ ਸ਼ੋਸ਼ੇ ਜਿਹੇ ਨਾ ਕਰਿਆ ਕਰ। ਤੂੰ ਔਰਤਾਂ ਵਾਲੀ ਮਤ ਕਿਉਂ ਵਰਤਦੀ ਐ? ਜੀ ਚੰਗਾ ਹੁੰਦਾ। ਤੇ ਅਜੇ ਉਹ ਟਿੱਕਾ ਲਾ ਕੇ ਹਟੀ ਸੀ ਕਿ ਸ਼ਰਾਬੀ ਅਤੇ ਭੜਕੀ ਭੀੜ ਮਰਹੂਮ ਪ੍ਰਧਾਨ ਮੰਤਰੀ ਦੇ ਹੱਕ ਵਿੱਚ ਅਤੇ ਸਿੱਖਾਂ ਦੇ ਖਿਲਾਫ ਨਾਅਰੇ ਲਾਉਂਦੀ ਉਹਨਾਂ ਦੇ ਦਰਵਾਜ਼ੇ ਅੱਗੇ ਆ ਖੜੀ। ਭੂਤਰੇ ਹਜੂਮ ਦੇ ਸਿਰ ਨੂੰ ਜਨੂਨ ਚੜਿਆ ਹੋਇਆ ਸੀ। ਇਸ ਤੋਂ ਪਹਿਲਾਂ ਭਗਵਾਨ ਸਿੰਘ ਹੋਰੀ ਕੋਈ ਬਚਾਅ ਦਾ ਹਿੱਲਾ ਵਰਤਦੇ ਭੀੜ ਨੇ ਭਗਵਾਨ ਸਿੰਘ ਨੂੰ ਸ਼ਿਕਾਰ ਵਾਂਗ ਦਬੋਚ ਲਿਆ ਅਤੇ ਲੋਹੇ ਦੀਆਂ ਰਾੜਾਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਣਾ ਕੋਹਣਾ ਸ਼ੁਰੂ ਕਰ ਦਿੱਤਾ। ਬੰਦ ਕੌਰ ਸੁੱਖੀ ਨੂੰ ਬੁੱਕਲ ਵਿੱਚ ਲੈ ਭੀੜ ਦੇ ਹਾੜੇ ਕੱਢਣ ਲੱਗ ਪਈ। ਪਰ ਸੁਣਨੀ ਕਿਸਨੇ ਸੀ? ਸ਼ਰਾਬੀ ਭੀੜ ਤਾਂ ਪਾਗਲ ਹੋਈ ਪਈ ਸੀ। ਭਗਵਾਨ ਸਿੰਘ ਕੁੱਟ ਨਾਲ ਬੇਹੋਸ਼ ਹੋ ਚੁੱਕਾ ਸੀ। ਵਿਹੜੇ ਦੀ ਫਰਸ਼ ਤੇ ਪਏ ਭਗਵਾਨ ਸਿੰਘ ਦੇ ਸਿਰ ਅਤੇ ਮੱਥੇ 'ਚੋਂ ਖੂਨ ਦੇ ਘਰਾਲ ਚੱਲ ਰਹੇ ਸਨ। ਪੱਗ ਲੈ ਕੇ ਦੂਰ ਜਾ ਡਿੱਗੀ ਸੀ ਅਤੇ ਉਸ ਦਾ ਬਰੀਫ ਕੇਸ ਪਤਾ ਨਹੀਂ ਕੌਣ ਖੋ ਖਿੱਚ ਕੇ ਲੈ ਗਿਆ ਸੀ। ਭੜਕੀ ਭੀੜ ਨੇ ਬੇਸੁੱਧ ਪਏ ਭਗਵਾਨ ਸਿੰਘ ਦੇ ਉੱਪਰ ਤੇਲ ਛਿੜਕਿਆ ਅਤੇ ਬੇਰਹਿਮੀ ਨਾਲ ਸੀਖ ਘਸਾ ਕੇ ਲਾ ਦਿੱਤੀ। ਅੱਗ ਦਾ ਲਾਬੂ ਇੱਕਦਮ ਅਸਮਾਨ ਨੂੰ ਗਿਆ। ਭਗਵਾਨ ਸਿੰਘ ਇੱਕ ਵਾਰ ਹੀ ਤੜਪਿਆ ਤੇ ਅੱਗ ਦਾ ਰੂਪ ਹੋ ਗਿਆ। अरे बच्चे को भी पकड़ो। किसी ने भीड़ विचों हुक्म सुनाया, ना भैया ये कैर मत करो, मेरा मर तो आपने मार डाला, अब मेरा सहारा तो ये। तरले करदी ते कुलांदी बंद कौर दे हथों कई जाणिਆਂ ने सुखी खो लिया ਅਤੇ ਉਸ ਉੱਪਰ ਵੀ ਤੇਲ ਡੋਲ ਕੇ ਅੱਗ ਲਾ ਦਿੱਤੀ। ਸੜਦੇ ਸੁੱਖੀ ਦੀ ਇੱਕ ਹਿਰਦੇ ਵਿੱਚ ਚੀਕ ਨਿਕਲੀ ਅਤੇ ਉਹ ਸੁੰਡੀ ਵਾਂਗ ਤੜਪਦਾ ਚੁੱਪ ਹੋ ਗਿਆ ਸੀ। ਮਨੁੱਖੀ ਮਾਸ ਦੀ ਬੋਝ ਸਿਰ ਨੂੰ ਚੜ੍ਹਦੀ ਸੀ। ਤੁਰਦੇ ਫਿਰਦੇ ਅਤੇ ਹੱਸਦੇ ਖੇਡਦੇ ਦੋ ਜੀ ਕੋਠੀ ਦੇ ਵਿਹੜੇ ਵਿੱਚ ਲੱਟ-ਲੱਟ ਮਚ ਰਹੇ ਸਨ ਅਤੇ ਬੰਦ ਕੌਰ ਉਹਨਾਂ ਦੁਆਲੇ ਬੈਠੀ ਛਾਤੀ ਪਿੱਟ ਕੇ ਵਿਲਾਪ ਕਰ ਰਹੀ ਸੀ। ਪਰ ਉਸ ਦਾ ਵਿਲਾਪ ਸੁਣਨ ਵਾਲਾ ਉੱਥੇ ਕੋਈ ਨਹੀਂ ਸੀ। ਹੁਣ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗ-ਵਗ ਕੇ ਵੀ ਸੁੱਕ ਗਏ ਸਨ। ਅਬੇ ਸਰਦਾਰਨੀ ਕਾ ਕਿਆ ਕਰਨਾ ਹੈ? ਭੀੜ ਵਿੱਚੋਂ ਕਿਸੇ ਬਦਸੂਰਤ ਜੇ ਚਿਹਰੇ ਵਾਲੇ ਨੇ ਪੁੱਛਿਆ। ਅਭੀ ਸਮਾਂ ਨਹੀਂ ਹੈ मेरे भाई, सरदारनी का हाल कभी फिर पूछेंगे, जाएगी कहाँ? हस्ती वस्ती बंद कौर ਨੂੰ ਪਲ ਵਿੱਚ ਉਜਾੜ ਕੇ ਭੀੜ ਲੁੱਡੀਆਂ ਪਾਉਂਦੀ ਚਲੀ ਗਈ ਤੇ ਹੁਣ ਜਦ ਵੀ ਕਿਤੇ ਉਹ ਲੋਹੜੀ ਬਲਦੀ ਦੇਖਦੀ ਤਾਂ ਉਸ ਨੂੰ ਆਪਣੇ ਪੁੱਤ ਸੁੱਖੀ ਅਤੇ ਮਾਹੀ ਭਗਵਾਨ ਸਿੰਘ ਦੀਆਂ ਬਲਦੀਆਂ ਲਾਸ਼ਾਂ ਦਾ ਚੇਤਾ ਆ ਜਾਂਦਾ ਤੇ ਉਹ ਲੋਹੜੀ ਵੇਲੇ ਬੂਹੇ ਬਾਰੀਆਂ ਬੰਦ ਕਰਕੇ ਕੀਰਤਨ ਦੀ ਟੇਪ ਲਾ ਲੈਂਦੀ। ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ NK ਪੰਜਾਬੀ ਕਹਾਣੀਆਂ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ।